ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵਾਂ। ਸ਼ਲੋਕ ਤੀਜਾ। ਤਰਨਾਪੋ यूं ही गयो लियो जरा तन जीत कहो नानक भज हर मना ਔਦ ਜਾਤ ਹੈ ਬੀਤ। ਬੁੱਧੀ ਮਨ ਨੂੰ ਸਮਝਾ ਰਹੀ ਹੈ ਭਾਈ, ਜਦੋਂ ਬੁੱਧੀ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਫਿਰ ਉਹ ਮਨ 'ਤੇ ਵਿਜੇ ਪ੍ਰਾਪਤ ਕਰਦੀ ਹੈ। ਨਹੀਂ ਮਨ ਦੇ ਪਿੱਛੇ ਚੱਲਦੀ ਹੈ, ਸਾਰਾ ਜੀਵਨ ਬੁੱਧੀ ਮਨ ਦੇ ਪਿੱਛੇ ਖਰਾਬ ਕਰ ਦਿੰਦੀ ਹੈ, ਸਾਡਾ ਜੀਵਨ ਇਹੀ ਨਿਕਲ ਜਾਂਦਾ ਹੈ। ਜਦੋਂ ਸੱਚ ਦਾ ਗਿਆਨ ਹੁੰਦਾ ਹੈ, ਸਤਿਗੁਰੂ ਸਮਝਾਉਂਦੇ ਨੇ ਕੁਦਰਤ ਦੀ ਕਿਰਪਾ ਹੁੰਦੀ ਹੈ ਅਤੇ ਗੁਰਸ਼ਬਦ ਦੀ ਕਮਾਈ ਕਰਦਾ, ਗੁਰਸ਼ਬਦ ਬਾਣੀ ਨਾਲ ਜੁੜਦਾ ਹੈ। ਇੱਥੇ ਬੁੱਧੀ ਮਨ ਨੂੰ ਸਮਝਾ ਰਹੀ ਹੈ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਜਿਹੜਾ ਆਪਣਾ ਸੰਸਾਰ 'ਚ ਆਉਣਾ, ਗੁਰਬਾਣੀ ਦਾ ਇੱਕ ਹੀ ਟਾਰਗੇਟ ਹੈ, ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਣਾ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ ਤਿਸ ਤੇ ਬੁਰਾ ਕਿਉਂ ਹੋਏ। ਚੌਂ ਵਰਨਾ ਕੋ ਉਪਦੇਸ਼ ਸਾਂਝਾ ਜੋ ਜੋ ਜਪੇ ਤਿਸ ਕੀ ਗਤ ਹੋਏ। ਉਹਦੀ ਗਤੀ ਹੋਊਗੀ, ਉਹ ਆਤਮਾ ਅਮਰ ਹੋਊਗੀ ਜਿਹੜੀ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂ। ਉਹੀ ਸਤਿਗੁਰੂ ਸਮਝਾ ਰਹੇ ਨੇ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਜਰਾ ਰੋਗ ਹੈ ਭਾਈ ਸਾਨੂੰ, ਬਚਪਨ ਜਵਾਨੀ ਬੁਢਾਪਾ ਜਾਣਾ ਹੀ ਜਾਣਾ ਵਾ। ਸਾਡਾ ਜਾਣ ਨੂੰ ਜੀ ਨਾ ਕਰੇ ਪਰ ਸਾਨੂੰ ਸੰਸਾਰ ਛੱਡਣਾ ਪੈਣਾ ਵਾ। ਜੇ ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਲੈ ਲਈਏ, ਫਰੀਦਾ ਗੁਰ ਨ ਮਾਣੀ ਸੰਡ ਕਰੇ ਨਿਕਰਿਆ ਕਰ ਆਓ ਸਵਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆਓ। ਇਹ ਫਰੀਦ ਮਨਾ, ਕਿ ਤੂੰ ਅੱਲਾ ਦੀ ਭਗਤੀ ਨਹੀਂ ਕਰੇਗਾ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲੇਗਾ, ਫਿਰ ਕਿਹੜਾ ਤੈਨੂੰ ਇੱਥੇ ਸੰਸਾਰ ਛੱਡ ਦੇਣਗੇ। ਸਰੀਰ ਤਾਂ ਛੱਡਣਾ ਹੀ ਪੈਣਾ ਵਾ। ਕਿਉਂ ਨਾ ਆਪਾਂ ਸਰੀਰ 'ਚ ਰਹਿੰਦੇ ਰਹਿੰਦੇ ਹੀ ਆਪਦੇ ਘਰ ਪਹੁੰਚੀਏ। ਉਹੀ ਸਤਿਗੁਰੂ ਸਮਝਾ ਰਹੇ ਨੇ, ਜੇ ਆਪਾਂ ਪਵਨ ਗੁਰੂ ਪਾਣੀ ਪਿਤਾ ਦੇ ਸ਼ਲੋਕ ਦੇ ਬਚਨ ਵਿਚਾਰੀਏ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰੂ ਤਾਂ ਸਮਝਾਉਂਦੇ ਆ ਭਾਈ ਵੀ ਜਿਨ੍ਹਾਂ ਦਾ ਨਾਮ ਨਾਲ ਧਿਆਨ ਲੱਗ ਗਿਆ, ਹੁਕਮ ਦੀ ਸਮਝ ਆ ਗਈ, ਉਹ ਤਾਂ ਜਿਉਂਦੇ ਹੀ ਸਰੀਰ 'ਚੋਂ ਮੁਕਤ ਹੋ ਜਾਂਦੇ ਨੇ। ਉਹਨਾਂ ਦੇ ਨਾਲ ਕਿੰਨੇ ਹੀ ਹੋਰ ਨਿਕਲ ਜਾਂਦੇ ਨੇ। ਭਗਤ ਕਬੀਰ ਜੀ ਵੀ ਇਹੀ ਸਮਝਾ ਰਹੇ ਨੇ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਰਹੇ ਨੇ, ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੇ ਦਵਾਰ। ਭਗਤ ਜੀ ਤਾਂ ਐਂ ਸਮਝਾਉਂਦੇ ਨੇ ਭਾਈ, ਮਰਨ ਕਾਹਤੇ ਡਰਨਾ ਹੈ, ਸਰੀਰ ਤਾਂ ਛੱਡਣਾ ਹੀ ਪੈਣਾ ਵਾ। ਜੋ ਸਾਨੂੰ ਗੁਰਬਾਣੀ ਵਿੱਚ ਦੱਸਿਆ ਗਿਆ, ਇਹ ਤਾਂ ਸੁਖਾਲਾ ਹੈ ਮਰਨਾ। ਅਸੀਂ ਸਰੀਰ 'ਚ ਰਹਿੰਦੇ ਰਹਿੰਦੇ ਹੀ ਇਹ ਮਾਇਆ ਪਾਰ ਕਰਨੀ ਹੈ, ਪਰ ਸਾਨੂੰ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਤਾਂ ਪਊਗਾ। ਜੇ ਅਸੀਂ ਨਾ ਚੱਲੇ ਤਾਂ ਫਿਰ ਆਹੀ ਸਾਡੇ ਨਾਲ ਕੰਮ ਹੋਊਗਾ। ਸਤਿਗੁਰੂ ਸਮਝਾ ਰਹੇ ਨੇ, ਤਰਨਾਪੇ ਊਂ ਹੀ ਗਇਓ ਲਿਓ ਜਰਾ ਤਨ ਜੀਤ। ਸਾਡਾ ਜੀਵਨ ਐਵੇਂ ਜਿਹੜੀ ਬਾਲ ਬੁੱਧ ਸੀਗੀ ਨਿਰਮਲ, ਸਾਰੀ ਐਂ ਕੱਢਤੀ ਅਸੀਂ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ ਜਾਨੂੰ ਸਮਾਂ ਆ ਜਾਂਦਾ ਵਾ। ਉਹੀ ਬਾਬਾ ਫਰੀਦ ਸਮਝਾ ਰਹੇ ਨੇ, ਫਰੀਦਾ ਗੋਰ ਨਮਾਣੀ ਸੰਡ ਕਰੇ। ਸਾਨੂੰ ਅੰਦਰੋਂ ਕੋਈ ਹੁਕਮ ਦੀ ਆਵਾਜ਼ ਆ ਰਹੀ ਹੈ, ਸਾਨੂੰ ਸੁਣਦੀ ਨਹੀਂ। ਅਸੀਂ ਮਾਇਆ ਧਾਰੀ ਹੈ, ਸਾਡੇ ਵਿਕਾਰਾਂ ਦਾ ਰੌਲਾ ਪੈ ਰਿਹਾ। ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੌੜਾ। ਵਿਕਾਰਾਂ ਨਾਲ ਜੁੜ ਕੇ ਸਾਨੂੰ ਜਿਹੜੀ ਉਹ ਕੁਦਰਤ ਦੀ ਹੁਕਮ ਦੀ ਆਵਾਜ਼ ਨਹੀਂ ਸੁਣਦੀ, ਅਸੀਂ ਉੱਧਰ ਨੂੰ ਧਿਆਨ ਰੱਖਣਾ। ਪਰ ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਅੰਤਰਾਤਮਾ ਦੀ ਆਵਾਜ਼ ਜਿਹੜੀ ਹੈਗੀ ਹੈ ਉਹਦੀ ਸਮਝ ਆਉਂਦੀ ਹੈ। ਆਪਾਂ ਰੋਜ਼ ਰਹਿ ਰਾਸ ਕੀਰਤਨ ਸੋਲਾ ਰੋਜ਼ ਕਰਦੇ ਹਾਂ, ਪਰ ਸੱਚ ਦੇ ਗਿਆਨ ਹੋਣ ਤੋਂ ਬਿਨਾਂ ਅਸੀਂ ਐਂ ਪੜ੍ਹ ਕੇ ਨਿਕਲ ਜਾਂਦੇ। ਸਤਿਗੁਰ ਕੀ ਸਮਝਾਉਂਦੇ ਨੇ, ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੋਹਰ ਨਾ ਹੋਏਗਾ ਫੇਰਾ। ਸਤਿਗੁਰ ਤਾਂ ਉਹੀ ਸਮਝਾਉਂਦੇ ਭਾਈ,
ਕੀ ਕਰਨਾ ਹੈ ਉਹ ਸੰਸਾਰ 'ਚ ਇੱਥੇ? ਜਿਹੜਾ ਕੰਮਕਾਰ ਕਰਨੇ ਉਹ ਤਾਂ ਹੱਥ ਪੈਰਾਂ ਦਾ ਵਿਸ਼ਾ, ਹੱਥ ਪਾਉ ਕਾਮ ਕਰ ਸਭ ਚੇਤਨ ਨਿਰੰਜਨ। ਪਰ ਜਿਹੜਾ ਅਸੀਂ ਆਤਮਾ ਦਾ ਕਾਰਜ ਆ ਉਹ ਤਾਂ ਸਾਡਾ ਰਹਿ ਜਾਊਗਾ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦੀ ਭਗਤੀ ਕਰੇ ਨੂੰ ਸਮਝ ਨਾਮ ਕੀ ਆ। ਅਸੀਂ ਜਿਹੜੇ ਸੰਸਾਰੀ ਨਾਮ ਲਈ ਜਾਂਦੇ ਹਾਂ ਉਹ ਤੱਕ ਸਾਡੀ ਅਗਿਆਨਤਾ ਹੀ ਹੈ। ਇਹ ਤਾਂ ਅੰਦਰੋਂ ਆਵਾਜ਼ ਆ ਰਹੀ ਹੈ ਸਾਨੂੰ, ਉਹ ਸੁਣਨੀ ਹੈ, ਪਰ ਜਦੋਂ ਤੱਕ ਬਕਾਰ ਸਾਨੂੰ ਜੰਮ ਨਹੀਂ ਛੱਡਦੇ ਉਹ ਕਿਵੇਂ ਸੁਣਾਂਗੇ। ਜਾ ਕੋ ਆਏ ਸੋਈ ਵਿਆਜੋ ਹਰ ਗੁਰ ਤੇ ਮਨੇ ਬਸੇਰਾ। ਕਿਵੇਂ ਪਤਾ ਲੱਗੂਗਾ? ਹਰ ਗੁਰ ਤੇ ਹਰ ਗਿਆਨ ਹੈ ਬਾਣੀ ਭਾਈ, ਹਰ ਦਾ ਦਰਸ਼ਨ ਕਰਾਉਂਦੀ ਹੈ ਬਾਣੀ, ਹਰ ਕਥਾ ਹੈ। ਨਿਜ ਕਰ ਮਹਿਲ ਪਾਪ, ਬਹੁਤ ਨੇੜੇ ਹੈ ਸਾਡਾ ਮਹਿਲ, ਅੰਦਰ ਹੀ ਹੈ। ਸੁਖ ਸਹਿਜੀ ਉਹ ਸੁਖ ਸਾਗਰ ਹੈ, ਸਹਿਜ ਦੁਨੀਆ ਮਾ ਬਹੁਤ ਨਾ ਹੋਏਗਾ। ਫਿਰ ਮਨ ਦਾ ਜਿਹੜਾ ਆਉਣਾ ਜਾਣਾ ਜੰਮਣ ਮਰਨ ਦਾ ਛੁਟਕਾਰਾ ਹੋ ਜਾਂਦਾ। ਉੱਥੇ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਪਹਿਲਾਂ ਤਾਂ ਨਾਮ ਨੂੰ ਸਮਝਣਾ ਸੀ, ਨਾਮ ਸਮਝਦੇ ਸਮਝੀਏ ਤਾਂ ਅਸੀਂ ਸੰਸਾਰ 'ਚੋਂ ਛੁਟਕਾਰਾ ਪਾ ਲੈਣਾ ਵਾ। ਸਤਿਗੁਰਾਂ ਦੇ ਵਚਨ ਲੈ ਲੈਣੇ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਤਾ। ਨਾਮ ਨੂੰ ਸਮਝਦੇ ਸਮਝੇ ਤੇ ਹਰ ਕਥਾ ਨੂੰ ਭਾਈ ਅਮਰ ਹੋ ਜਾਈਦਾ ਵਾ। ਨਾਮ ਤਾਂ ਗਾਹਾਂ ਦੀ ਗੱਲ ਹੈ, ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ। ਉਹ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਕੀ ਮੰਗਦੇ ਨੇ ਉਹ? ਸਤਿਗੁਰਾਂ ਦੇ ਵਚਨ ਲੈ ਲੈਣਾ ਆਪਾਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਭਾਈ ਨਾਮ ਨਾ ਲੈਣੀ ਹੈ ਜਦ ਤੱਕ ਹੁਕਮ 'ਚ ਸਮਾਉਂਦਾ ਨਹੀਂ। ਇਹ ਜਿਹੜੀ ਅਸੀਂ ਲੰਗਰ ਲਾਉਂਦੇ ਹਾਂ, ਭੰਡਾਰੇ ਕਰਦੇ ਹਾਂ, ਇਹ ਤਾਂ ਸਰੀਰ ਕਰਕੇ ਨਹੀਂ, ਤਾਂ ਸਾਰੇ ਇਹ ਧਰਮ ਹੀ ਕਰਦੇ ਨੇ। ਇਹੀ ਤਾਂ ਅਸੀਂ ਕਰਦੇ ਆਏ ਹਾਂ। ਪਰ ਤਾਂ ਸਰੀਰ ਕਰਕੇ ਨੇ, ਸਰੀਰਕ ਰਸ ਨੇ ਇਹ ਸਾਰੇ। ਅਸੀਂ ਕਹਿੰਦੇ ਨੇ ਆਨੰਦ ਆ ਗਿਆ ਜੀ, ਆਨੰਦ ਆ ਗਿਆ। ਬਾਣੀ ਨਹੀਂ ਮੰਨਦੀ ਇਹ ਗੱਲਾਂ ਨੂੰ। ਗੱਲੀ ਗਿਆਨ ਨਾ ਢੂੰਡੀਏ, ਗੱਲਾਂ ਨਾਲ ਨਹੀਂ ਇਹ ਗਿਆਨ ਪ੍ਰਾਪਤ ਹੁੰਦਾ। ਇਹਦੀ ਕਮਾਈ ਕਰਨੀ ਪੈਂਦੀ ਹੈ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪੈਂਦਾ ਵਾ। ਉਹੀ ਬਾਬਾ ਫਰੀਦ ਸਮਝਾ ਰਿਹਾ ਵੀ ਮੰਨਾ ਜੇ ਤੂੰ ਨਹੀਂ ਆਏਗਾ ਫਿਰ ਤੈਨੂੰ ਕਿਹੜਾ ਤੇ ਛੱਡ ਦੇਣਗੇ। ਨਘਰਿਆਂ ਘਰ ਆਓ, ਆਪਦਾ ਘਰ ਛੱਡ ਕੇ। ਸੁੱਖ ਸਾਗਰ ਦਾ ਵਾਸੀ ਹੈ, ਦੁੱਖ ਸਾਗਰ 'ਚ ਬੈਠਾ ਤਾਂ ਮ੍ਰਿਤ ਲੋਕ ਹੈ। ਇੱਥੇ ਮ੍ਰਿਤ ਲੋਕ 'ਚ ਅਸੀਂ ਸਾਰਾ ਕੁਛ ਭਾਲੀ ਜਾਂਦੇ, ਇੱਥੇ ਸੰਤ ਭਾਲੀ ਜਾਂਦੇ ਹਾਂ, ਇੱਥੇ ਸਤਿਗੁਰ ਬਣ ਜਾਂਦੇ ਹਾਂ। ਇੱਥੇ ਹੀ ਸਾਰੇ ਅਸੀਂ ਧਰਮਾਂ ਦੇ ਆਪਣੇ ਬਣਾ ਲਏ। ਸੱਚਖੰਡ ਵੀ ਇੱਥੇ ਹੀ ਬਣਾ ਲਿਆ। ਗਾਹਾਂ ਦੀ ਖੋਜ ਬੰਦ ਹੋ ਗਈ। ਅਸਲ ਘਰ ਤਾਂ ਪਹੁੰਚੇ ਨਹੀਂ। ਡੱਡਾ ਡੇਰਾ ਇਹ ਨਹੀਂ, ਡੱਡਾ ਡੇਰਾ ਉਹ ਜਾਣ। ਉਹ ਤਾਂ ਜਾਣਿਆ ਹੀ ਨਹੀਂ ਸਾਡਾ ਡੇਰਾ ਕਿੱਥੇ ਹੈ। ਮੁਕਾਮ ਇਹ ਨਾ ਆਖੀਏ ਜੇ ਨਿਤ ਚੱਲਣੇ ਕੀ ਧੋਖ। ਉਹਨੂੰ ਵਿਚਾਰਿਆ ਹੀ ਨਹੀਂ ਅਸੀਂ। ਗੁਰੂ ਭਗਤਾਂ ਦੀ ਬਚਨ ਨੂੰ ਅਸੀਂ ਮਿੱਠਾ ਕਰਕੇ ਨਹੀਂ ਮੰਨਿਆ। ਕਿਉਂ ਨਹੀਂ ਮੰਨਿਆ? ਸਾਨੂੰ ਸੱਚ ਦਾ ਗਿਆਨ ਨਹੀਂ ਹੋਇਆ। ਸੱਚ ਦਾ ਗਿਆਨ ਤਾਂ ਭਾਈ ਸੁਣਨ ਤੋਂ ਹੋਊਗਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣ। ਸਤਿਗੁਰਾਂ ਦੇ ਵਚਨ ਦੇ ਅਸੀਂ ਨਹੀਂ ਮੰਨਾਂਗੇ, ਸਾਨੂੰ ਕਦੇ ਵੀ ਨਹੀਂ ਗਿਆਨ ਹੋ ਸਕਦਾ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪ੍ਰਾਣੀ। ਐਂ ਚੱਲਿਆਗਾ ਜੀਵਨ ਸਾਰਾ। ਆਇਆ ਸੀ ਸੁਣਨ ਨੂੰ। ਬੱਚੇ ਸਕੂਲ ਪੜ੍ਹਨ ਜਾਂਦੇ ਨੇ, ਉਹ ਟੀਚਰ ਨੂੰ ਸੁਣਾਉਂਦੇ ਨਹੀਂ, ਸੁਣਦੇ ਹੁੰਦੇ ਆ। ਗੁਰੂ ਵੱਡਾ ਹੁੰਦਾ, ਗੁਰੂ ਨੂੰ ਸੁਣੀਦਾ ਹੁੰਦਾ, ਸੁਣਾਈਦਾ ਨਹੀਂ ਹੁੰਦਾ। ਗੁਰੂ ਤੋਂ ਵੱਡੇ ਨਹੀਂ ਬਣੀਦਾ ਹੁੰਦਾ। ਨਹੀਂ ਤਾਂ ਫਿਰ ਉਹੀ ਕੰਮ ਹੋਊ, ਬਾਂਸ ਵਡਾਈ ਬੂਡਿਆ ਜੋ ਮਤ ਬੂਡੋ ਕੋਈ, ਚੰਦਨ ਕੇ ਨਿਕਟੇ ਬਾਂਸ ਬਸੇ, ਬਾਂਸ ਸੁਗੰਧ ਨਾ ਕੋ। ਚੰਦਨ ਦੇ ਕੋਲ ਦੀ ਬਾਂਸ ਐਂ ਨਿਕਲ ਜਾਂਦਾ ਹੈ। ਬਾਣੀ ਚੰਦਨ ਹੈ, ਇਹ ਗੁਰ ਸ਼ਬਦ ਲੰਗਰ ਆ, ਇਹ ਵੱਧਦਾ ਚੱਲਿਆ ਜਾਂਦਾ ਹੈ। ਗੁਰੂ ਭਗਤਾਂ ਦਰਸਾਏ ਰਾਹ 'ਤੇ ਆਪਾਂ ਚੱਲਣਾ, ਨਹੀਂ ਤਾਂ ਆਪਣਾ ਆਹੀ ਹਾਲ ਹੋਊਗਾ। ਤਰਨਾਪੋ ਇਉਂ ਹੀ ਗਿਓ ਲਿਓ ਜਰਾ ਤਨ ਜੀ, ਤਨ ਛੱਡਣਾ ਪੈਣਾ, ਸਰੀਰ ਛੱਡਣਾ ਪੈਣਾ। ਇਹਨੂੰ ਜਰਾ ਰੋਗ ਹੈ ਭਾਈ, ਜੋ ਉਪਜਿਆ ਸੋ ਬਿਨ ਸਹਿ ਬਰੋ ਆਜ ਕੇ ਕਾਲ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਇਹ ਤਾਂ ਭਾਈ ਸਮਾਂ ਭੱਜਿਆ ਜਾ ਰਿਹਾ, ਕੀ ਕਰਾਂਗੇ ਫਿਰ? ਅੱਗੇ ਆਪਾਂ ਵਿਚਾਰ ਕੀਤੀ ਹੈ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਆ ਹੋ ਜਾਣ। ਕਾਲ ਆਜੂ ਲੈ ਜਾਊਗਾ ਭਾਈ। ਫਿਰ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਾ ਚੱਲੇ ਤਾਂ ਸਾਨੂੰ ਕਾਲ ਨੇ ਨਹੀਂ ਛੱਡਣਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਆਪਾਂ ਸਤਿਗੁਰਾਂ ਦੇ ਬਚਨ ਲੈਂਦੇ ਹਾਂ ਪੰਚਮ ਪਾਤਸ਼ਾਹ ਦੇ। ਆਸਾ ਮਹੱਲਾ ਪੰਜਵਾਂ। ਪਾਵਤ ਰਲੀਆ ਜੋਬਨ ਵਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਸਤਿਗੁਰ ਕੀ ਸਮਝਾ ਰਹੇ ਨੇ? ਪਾਵਤ ਰਲੀਆ ਜੋਬਨ ਵਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਨਾਮ ਦੀ ਭਗਤੀ ਤੋਂ ਬਿਨਾਂ ਇਸ ਸਰੀਰ ਦੀ ਕਦਰ ਵੀ ਨਹੀਂ ਪੈਂਦੀ ਹੈ।
ਇਹ ਅੰਦਰਲੀ ਜਿਹੜੀ ਸਾਨੂੰ ਦੇਹੀ ਮਿਲੀ ਹੈ, ਬਾਹਰ ਤਾਂ ਕੱਪੜਾ ਪਾਇਆ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਇਹ ਕੱਪੜਾ ਬਾਹਰਲੀ ਆਤਮਾ 'ਤੇ ਪਾਇਆ ਸੀਗਾ, ਹੁਣ ਅਸੀਂ ਨਜ਼ਰ ਉਹਦੀ ਲੈਣੀ ਸੀ ਮੋਖ ਦਵਾਰ, ਅੰਤਰ ਧਰੀਬ ਦੁਨੀਆ ਨੂੰ ਜਾਣਾ ਸੀਗਾ, ਪਰ ਅਸੀਂ ਗੁਰੂ ਭਗਤਾਂ ਦੇ ਬਚਨ ਦੀ ਕਮਾਈ ਹੀ ਨਹੀਂ ਕੀਤੀ। ਅਸੀਂ ਤਾਂ ਗੁਰੂ ਨੂੰ ਹੀ ਉਪਦੇਸ਼ ਕਰਨ ਲੱਗੇ, ਗੁਰੂ ਤੋਂ ਹੀ ਵੱਡੇ ਬਣ ਗਏ, ਇਸ ਕਰਕੇ ਰਹਿ ਗਏ। ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਮਿੱਟੀ ਸੰਗ ਰਲ ਜਾਏਗਾ, ਫਿਰ ਸਾਰੇ ਰਲਦੇ ਹੀ ਆਏ ਨੇ। ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੇ ਫਿਰ ਬਹੁਰ ਨਾ ਮਰਨਾ ਹੋਇਆ। ਆਓ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਮਝੀਏ ਕੀ ਮਰਨਾ ਹੈ, ਕੀ ਆਉਣਾ, ਕੀ ਜਾਣਾ, ਕਿੱਧਰੋਂ ਅਸੀਂ ਆਏ ਹਾਂ। ਸਤਿਗੁਰਾਂ ਤੋਂ ਬਿਨਾਂ ਸਾਨੂੰ ਕਿਵੇਂ ਸਮਝ ਆਊਗੀ? ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈਗਾ ਅਸੀਂ ਬਾਣੀ ਨੂੰ ਸਮਝ ਲਈਏ, ਤਾਂ ਕਿਰਪਾ ਨਾਲ ਸਮਝੀ ਜਾਣੀ ਹੈ, ਇਹਨੂੰ ਸੁਣਨੀ ਹੈ। ਸੁਣਨ ਤੋਂ ਬਾਅਦ ਸਾਡੇ ਅੰਦਰ ਜੋਤ ਪ੍ਰਗਟ ਹੋਣੀ ਹੈ ਗਿਆਨ ਦੀ। ਇਹ ਫਿਰ ਗਿਆਨ ਨਾਲ ਪੜ੍ਹੀ ਜਾਂਦੀ ਹੈ, ਗਿਆਨੀਆਂ ਦਾ ਮਾਰਗ ਹੈ, ਗਿਆਨੀਆਂ ਕਾ ਧਨ ਨਾਮ ਹੈ। ਸਿੱਧੀ ਪੜ੍ਹਨ ਲੱਗ ਜਾਂਦੇ ਹਾਂ ਅਸੀਂ, ਇਹਨੂੰ ਸੁਣਨਾ ਹੈ ਪਹਿਲਾਂ। ਪਾਠੀ ਸਿੰਘ ਰਾਗੀ ਸਿੰਘ ਕੀਰਤਨ ਕਰਦੇ ਨੇ, ਜਗ੍ਹਾ ਜਗ੍ਹਾ ਪਾਣੀ ਦਾ ਪ੍ਰਚਾਰ ਹੁੰਦਾ ਵਾ, ਅਸੀਂ ਇਹਨੂੰ ਸੁਣਨਾ। ਗੁਰਸਿੱਖ ਉਹੀ ਹੈ ਜਿਹੜਾ ਗੁਰ ਉਪਦੇਸ਼ ਕਰਨੀ ਧਿਆਨ ਰੱਖਦਾ ਵਾ। ਸਰੀਰ ਕਰਕੇ ਤਾਂ ਅਸੀਂ ਪੂਰੇ ਹਾਂ, ਪਰ ਆਤਮਾ ਕਰਕੇ ਕੋਰੇ ਹਾਂ। ਕੋਈ ਸਤਿਗੁਰੂ ਸਮਝਾਉਂਦੇ ਨੇ, ਕਾਨ ਕੁੰਡਲੀਆ ਵਸਤਰ ਉਡਲੀਆ ਸੇਜ ਸੁਖਲੀਆ ਮਨ ਗਰਵਲੀਆ। ਲਓ, ਜੋਗੀਆਂ ਨੇ ਬੜੇ ਬੜੇ ਕੁੰਡਲ ਪਾਏ, ਧਰਮ ਧਾਰ ਲਿਆ, ਉਹ ਭੇਗ ਨੂੰ ਧਰਮ ਮੰਨ ਲਿਆ ਸੀ। ਉਹ ਸਾਰੇ ਜਿੰਨੇ ਅਸੀਂ ਧਰਮ ਕਰਮ ਕੀਤੇ ਆ ਭਾਈ, ਸਾਰੇ ਸਰੀਰ ਕਰਕੇ ਨੇ, ਆਤਮ ਕਰਮ ਤਾਂ ਸ਼ੁਰੂ ਹੋਇਆ ਹੀ ਨਹੀਂ। ਧਰੀਬ ਦੁਨੀਆ ਨੂੰ ਤਾਂ ਅਸੀਂ ਗਏ ਹੀ ਨਹੀਂ, ਨਾ ਸਮਝਿਆ। ਉਹ ਤਾਂ ਗੁਰਬਾਣੀ ਤੋਂ ਹੀ ਸਾਨੂੰ ਪਤਾ ਲੱਗੂਗਾ, ਉਹ ਅਸੀਂ ਵਿਚਾਰੇ ਹੀ ਨਹੀਂ। ਵਸਤਰ ਉਡੋਲੀਆ, ਮਹਿੰਗੇ ਮਹਿੰਗੇ ਵਸਤਰ ਪਾ ਕੇ ਭੇਖ ਧਾਰ ਲਿਆ, ਲੋਕਾਂ 'ਤੇ ਪ੍ਰਭਾਵ ਪੈ ਗਿਆ, ਲੋਕ ਮੰਨਣ ਲੱਗੇ। ਇਹ ਨਹੀਂ ਸਮਝਿਆ ਵੀ ਇਹ ਤਾਂ ਕਾਲ ਹੈ, ਕਾਲ ਨਹੀਂ ਛੱਡਦਾ। ਆਪਾਂ ਪਿਛਲੇ 2 ਸਲੋਕਾਂ 'ਚ ਵੀ ਭਗਤ ਕਬੀਰ ਜੀ ਦਾ ਸਲੋਕ ਲਿਆ ਸੀ, ਆਪਾਂ ਫਿਰ ਲੈ ਲੈਂਦੇ ਹਾਂ। ਜਿਹੜੇ ਵਸਤਰ ਮਹਿੰਗੇ ਮਹਿੰਗੇ ਪਾਉਂਦੇ ਨੇ, ਆਪਦੇ ਆਪ ਨੂੰ ਧਨ ਸਮਝਦੇ ਨੇ ਬਹੁਤ ਵੱਡਾ, ਦੁਨੀਆ ਵਡਿਆਈ ਕਰਦੀ ਹੈ। ਭਗਤ ਕਬੀਰ ਜੀ ਕੀ ਸਮਝਾਉਂਦੇ ਨੇ? ਕਬੀਰ ਉਜਰ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਵੱਧੇ ਜਮ ਪਰ ਜਾਏ। ਸਾਰਿਆਂ ਨੂੰ ਭਗਤ ਕਬੀਰ ਜੀ ਕਹਿੰਦੇ ਜਮ ਬਣ ਕੇ ਲੈ ਜਾਂਦਾ। ਫਿਰ ਕੀ ਕਰਨਾ ਭਾਈ? ਇਹ ਭਗਤ ਕਬੀਰ ਜੀ ਨੇ ਕੀ ਨਹੀਂ ਸਮਝਾਇਆ ਆਪਾਂ ਨੂੰ, ਗੁਰੂ ਸਾਹਿਬਾਨਾਂ ਨੇ ਕੀ ਨਹੀਂ ਸਮਝਾਇਆ? ਜੇ ਅਸੀਂ ਸੁਣਾਂਗੇ ਹੀ ਨਹੀਂ ਫਿਰ ਸਾਡਾ ਛੁਟਕਾਰਾ ਕਿਵੇਂ ਹੋਊਗਾ? ਜੇ ਬੱਚਾ ਸਕੂਲ ਜਾ ਕੇ ਟੀਚਰ ਦੇ ਲੈਸਨ ਨੂੰ ਸਮਝਦਾ ਨਹੀਂ, ਪੜ੍ਹਦਾ ਨਹੀਂ, ਵਿਚਾਰਦਾ ਨਹੀਂ, ਤਾਂ ਕਿਵੇਂ ਉਹਦੀ ਬੁੱਧੀ ਦਾ ਵਿਕਾਸ ਕਿਵੇਂ ਹੋਊ? ਇਵੇਂ ਸਾਡੀ ਗਤੀ ਕਿਵੇਂ ਹੋਊਗੀ? ਹੋਣੀ ਸੀ ਆਪਣੀ ਗਤੀ, ਲੋਕਾਂ ਦੀ ਗਤੀ ਕਰਨ ਲੱਗ ਗਿਆ। ਅਵਰ ਉਪਦੇਸੇ ਆਪ ਨਾ ਕਰੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਰਹਾਓ, ਤਲੇ ਕੁਚਰੀਆ ਸਿਰ ਕਣਕ ਸਤਰੀਆ। ਸਤਿਗੁਰ ਸਮਝਾਉਂਦੇ ਨੇ, ਤਲੇ ਹਾਥੀਆਂ 'ਤੇ ਪਿਛਲੇ ਟਾਈਮਾਂ ਦੇ ਵਿੱਚ ਰਾਜੇ ਸਵਾਰੀ ਕਰਦੇ, ਰਥਾਂ 'ਚ ਕਰਦੇ ਸੀ। ਸਿਰ ਕਣਕ ਸਤਰੀਆ, ਸੋਨੇ ਦੇ ਸੱਤਰ ਹੁੰਦੇ ਸੀ। ਸਤਿਗੁਰ ਸਮਝਾਉਂਦੇ ਨੇ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਫਿਰ ਕੀ ਕੀਤਾ ਭਾਈ? ਸੋਨੇ ਦੇ ਸੱਤਰ ਵੀ ਪਾਏ, ਪਰ ਜਿਹੜਾ ਕੰਮ ਕਰਨਾ ਸੀ ਉਹ ਤਾਂ ਰਹਿ ਗਿਆ। ਹਰ ਭਗਤ ਬਿਨਾ, ਹਰੀ ਦੀ ਭਗਤੀ ਕਰਨੀ ਹੈ, ਹਰ ਦਾ ਗਿਆਨ ਹੈ, ਬਾਣੀ ਹਰ ਦਾ ਦਰਸ਼ਨ ਕਰਾਉਂਦੀ ਹੈ ਸਾਨੂੰ। ਇਹਨੂੰ ਸਮਝਣਾ ਰੋਜ਼ ਗੁਰੂ ਘਰਾਂ 'ਚ, ਚਾਹੇ ਘਰਾਂ 'ਚ ਜਦੋਂ ਸੁਣਦੇ ਰਹਿਣਾ, ਬਾਣੀ ਨੂੰ ਵਿਚਾਰਦੇ ਰਹਿਣਾ। ਤੁਹਾਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ, ਕਾਲ ਤੁਹਾਨੂੰ ਛੂਹ ਨਹੀਂ ਸਕਦਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਹਰ ਹਰ ਨਾਮ ਜਪੰਤਿਆਂ ਕਿਛ ਨਾ ਕਹੇ ਜਮਕਾਲ, ਨਾਨਕ ਵੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋਊਗਾ ਭਾਈ। ਇਹ ਜਰਾ ਤੋਂ ਸਰੀਰ ਛੱਡਣ ਤੋਂ ਪਹਿਲਾਂ ਆਪਾਂ ਆਪਦੇ ਘਰ ਪਹੁੰਚਣਾ ਵਾ, ਬਾਣੀ ਨੂੰ ਵਿਚਾਰਨਾ ਵਾ। ਗਿਆਨ ਹੋਣ ਤੋਂ ਬਾਅਦ ਬੁੱਧੀ ਔਰ ਮਨ ਧਰੀਬ ਦੁਨੀਆ ਨੂੰ ਚਲੇ ਜਾਂਦੇ, ਇਹਨਾਂ 'ਤੇ ਨਜ਼ਰ ਹੋ ਜਾਂਦੀ, ਇਹਨੂੰ ਮੋਖ ਦਵਾਰ ਮਿਲ ਜਾਂਦਾ। ਇਹਨੂੰ ਮੋਖ ਦਵਾਰ ਕਹਿੰਦੇ ਆ। 10ਵਾਂ ਦਵਾਰ ਇਹਦਾ ਖੁੱਲ੍ਹ ਜਾਂਦਾ। ਖੁੱਲ੍ਹਿਆ 10ਵਾਂ ਦਵਾਰ ਤਾਂ ਇਹਦੀ ਪਿੱਠ ਕੀਤੀ ਸੀਗੀ, ਸਾਡੀ ਪਕੜ 'ਚ ਨਹੀਂ ਸੀਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਸਤਿਗੁਰ ਤਾਂ ਇਹ ਸਮਝਾਉਂਦੇ ਆ, ਕਿੰਨੇ ਵੀ ਸੁੰਦਰ ਰੂਪ ਅਸੀਂ ਧਾਰੇ ਜਾਂ ਸਾਨੂੰ ਪ੍ਰਾਪਤ ਹੋਏ, ਪਰ ਜੇ ਹਰ ਰਸ ਨਾ ਆਇਆ, ਸਾਕਤ ਰਹਿ ਗਏ ਅਸੀਂ। ਹਰ ਰਸ
ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਢਾਏ। ਜਿਹੜੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੋਈਆਂ, ਸੁੰਦਰ ਰੂਪ ਪ੍ਰਾਪਤ ਹੋਏ, ਸੁੰਦਰ ਇਸਤਰੀਆਂ ਪ੍ਰਾਪਤ ਹੋਈਆਂ, ਉਹ ਤਾਂ ਹੰਕਾਰ ਵੱਧ ਗਿਆ ਭਾਈ। ਸਾਕਤ 'ਤੇ ਰਹਿ ਗਏ, ਕਾਲ ਫੇਰ ਲੈ ਗਿਆ। ਕੀ ਫਾਇਦਾ ਹੋਇਆ? ਸਤਿਗੁਰੂ ਸਮਝਾਉਂਦੇ ਨੇ, ਸਭ ਸਵਾਦ ਫਿਕਰੀ ਆ, ਜਾਣ ਵੇਲੇ ਸਾਰੇ ਜਿਹੜੇ ਹੈਗੇ ਆ ਜਿੰਨੇ ਰਿਸ਼ਤੇ ਕੌੜੇ ਹੋ ਜਾਂਦੇ ਨੇ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਜਿਹੜੇ ਮਿੱਠੇ ਰਿਸ਼ਤੇ ਲੱਗਦੇ ਸੀ ਸਾਰੇ, ਫਿਰ ਇਹ ਜ਼ਹਿਰ ਬਣ ਜਾਂਦੇ ਨੇ। ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ, ਕਿਹਨੂੰ ਕਹੋਗੇ ਭਾਈ? ਫਿਰ ਕਿਹਦੇ ਅੱਗੇ ਬੇਨਤੀ ਕਰੋ? ਆਓ ਪਹਿਲਾਂ ਹੀ ਆਪਾਂ ਸਾਰੇ ਮਿਲ ਕੇ ਵਿਚਾਰ ਕਰਕੇ ਉਹਦੇ ਅੱਗੇ ਬੇਨਤੀ ਕਰ ਲਈਏ। ਫਰੀਦਾ ਜਿੰਨੀ ਕਮੀ ਨਾਹੀਂ ਗੁਣ, ਸੇ ਕੰਬੜੇ ਵਿਸਾਰ ਮਤ ਸਰਵਿੰਦਾ ਥੀ ਸਾਈਂ ਦੇ ਦਰਬਾਰ। ਫਿਰ ਉਹਦੇ ਜਾ ਕੇ ਦਰਬਾਰ ਸਿਰ ਨੀਵਾਂ ਕਰਾਂਗੇ। ਪਹਿਲਾਂ ਹੀ ਆਪਾਂ ਆਪਣੇ ਆਪ ਨੂੰ ਸਵਾਰ ਲਈਏ, ਪਹਿਲਾਂ ਹੀ ਆਪਾਂ ਆਪਣੀ ਭਗਤੀ ਕਰਕੇ ਸੰਸਾਰ 'ਚ ਰਹਿੰਦੇ ਰਹਿੰਦੇ ਉਹਦੇ ਚਰਨਾਂ 'ਚ ਪਹੁੰਚ ਜਾਈਏ। ਅੱਗੇ ਸਤਿਗੁਰ ਕੀ ਸਮਝਾਉਂਦੇ? ਮਾਇਆ ਛਲੀਆ ਵਿਕਾਰ ਵਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦੇ ਲਿਆ। ਇਹ ਮਾਇਆ ਛਲ ਦਿੰਦੀ ਹੈ ਭਾਈ। ਕਬੀਰ ਮਾਇਆ ਡੋਲਣੀ, ਡੁਲਾਉਂਦੀ ਹੈ ਇਹ। ਇੱਥੇ ਕੋਈ ਥਿਰ ਨਹੀਂ ਹੈਗਾ। ਥਿਰ ਹੈ ਇੱਕ ਜਗ੍ਹਾ, ਆਪਾਂ ਉੱਥੇ ਪਹੁੰਚਣਾ ਵਾ। ਅੰਦਰ ਹੀ ਆਪਣੇ ਧਰੀਬ ਦੁਨੀਆ ਉਹਨੂੰ ਦੇਵਲੋਕ ਕਿਹਾ। ਅਸਥਰ ਭਗਤ ਸਾਧ ਕੀ ਸਰਨ। ਉਹੀ ਸਾਧ ਹੈ, ਉਹੀ ਭਗਤ ਹੈ, ਉਹਦੀ ਸਰਨ ਜਾਣਾ ਭਾਈ। ਮਨ ਸਾਧ ਨਹੀਂ ਹੈਗਾ, ਮਨ ਤਾਂ ਸਾਧਣਾ ਵਾ। ਇਹ ਤਾਂ ਭੇਖ ਕਰਕੇ ਸਾਧ ਬਣ ਜਾਂਦਾ ਹੈ, ਆਤਮਾ ਕਰਕੇ ਮਨ ਸਾਧਨਾ ਵਾ। ਆਪਾਂ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਇਹੀ ਤਾਂ ਕਾਜ ਹੈ ਆਪਣਾ, ਮਨ ਨੂੰ ਸਾਧਣਾ। ਉਹ ਤਾਂ ਆਪਾਂ ਸਾਧਿਆ ਨਹੀਂ। ਮਨ ਨੂੰ ਸੁਲਤਾਨ ਬਣਾਤਾ, ਮਨ ਨੂੰ ਰਾਜਾ ਬਣਾਤਾ। ਇਹੀ ਤਾਂ ਕਾਲ ਹੈ ਆਪਣਾ। ਇਹਨੇ ਨਹੀਂ ਜਾਣ ਦੇਣਾ ਬੁੱਧੀ ਨੂੰ। ਸਤਿਗੁਰ ਸਮਝਾਉਂਦੇ ਨੇ, ਮਾਇਆ ਚੱਲ ਦਿੰਦੀ ਆ ਭਾਈ। ਆਪਾਂ ਸਰਣ ਨਾਨਕ ਪੁਰਖ ਦੇ ਲਈ, ਦਿਆਲੂ ਹੈ ਭਾਈ। ਉਹਦੀ ਸਰਨ ਜਾਣਾ ਵਾ, ਉਹਦੀ ਸਰਨ ਜਾ ਕੇ ਬੇਨਤੀ ਕਰਾਂਗੇ। ਅਸੀਂ ਹੁਣ ਕਾਹਦੀਆਂ ਅਰਦਾਸਾਂ ਕਰਦੇ ਹਾਂ? ਮਾਇਆ ਦੀਆਂ। ਮਾਇਆ ਕਿਹੜਾ ਸਾਡੇ ਮੰਗਣ ਨਾ ਆਉਂਦੀ ਹੈ? ਜੇ ਮੰਗਣ ਨਾ ਆਉਂਦੀ ਹੋਵੇ ਫਿਰ ਤਾਂ ਬਹੁਤ ਸੁਖਾਲਾ ਵਾ ਭਾਈ। ਅਸੀਂ ਕੀ ਕਰਦੇ ਹਾਂ ਫਿਰ? ਭਗਤ ਕਬੀਰ ਜੀ ਸਮਝਾਉਂਦੇ ਨੇ, ਸੋਰਠ ਕਬੀਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਹੁ ਪ੍ਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪਿਆਨ ਲੁਟਾਵੇ। ਆਹ ਕਰਦੇ ਹਾਂ ਅਸੀਂ। ਉਹ ਜਰਾ ਰੋਗ ਲੱਗਿਆ ਸਾਨੂੰ ਸੰਸਾਰ ਛੱਡਣਾ, ਉਹ ਯਾਦ ਹੀ ਨਹੀਂ ਹੈ। ਬਹੁਤ ਪ੍ਰਪੰਚ ਕਰਦੇ ਹਾਂ, ਫਿਰ ਲਿਆ ਕੇ ਧੀਆਂ ਪੁੱਤਾਂ ਨੂੰ ਆਪਦਿਆਂ ਨੂੰ ਦਿੰਦੇ ਹਾਂ। ਇਹ ਸਾਡਾ ਸਾਰਾ ਜੀਵਨ ਨਿਕਲ ਜਾਂਦਾ ਹੈ। ਮਿਲਦਾ ਤਾਂ ਉਹਦੀ ਕਿਰਪਾ ਨਾਲ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸੁਖਮਨੀ ਸਾਹਿਬ ਦੇ, ਜਿਸ ਧਨ ਕੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਉਹਦੀ ਕਿਰਪਾ ਨਹੀਂ ਮਿਲਦਾ, ਪਰ ਸਾਨੂੰ ਭਰਮ ਹੋ ਜਾਂਦਾ ਵੀ ਅਸੀਂ ਠੱਗੀਆਂ ਨੂੰ ਜੀਵਨ ਖਰਾਬ ਕਰ ਲੈਂਦੇ ਅਸੀਂ ਆਪਣਾ। ਉਹੀ ਤਾਂ ਬਾਣੀ ਛਡਾਉਂਦੀ ਹੈ। ਅੱਗੇ ਭਗਤ ਜੀ ਕੀ ਕਹਿੰਦੇ ਨੇ? ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲਈ ਜੇ। ਹਿਸਾਬ ਤਾਂ ਆਪਾਂ ਨੂੰ ਦੇਣਾ ਪਊਗਾ ਭਾਈ। ਹੋਇਆ ਸਾਰਾ ਕੁਛ ਉਹਦੇ ਹੁਕਮ 'ਚ, ਲੇਖਾ ਅਸੀਂ ਸਿਰ ਚੜ੍ਹਾ ਲਿਆ। ਰਹਾਓ ਸਿਨ ਸਿਨ ਤਨ ਸੀਜੇ, ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੇ। ਫਿਰ ਕੋਈ ਨਹੀਂ ਪੁੱਛਦਾ। ਉਹੀ ਤਾਂ ਰਾਜਨ ਜਿਹੜਾ ਆਪਾਂ ਨੌਵੇਂ ਪਾਸਾ ਸਲੋਕ ਲਿਆ ਵਾ, ਤਾਂ ਨਾਪੋ ਇਉਂ ਹੀ ਗਿਓ ਲਿਓ ਜਰਾ ਤਨ ਜੀਤ। ਉਹੀ ਭਗਤ ਜੀ ਸਮਝਾ ਰਹੇ ਨੇ। ਸਿਨ ਸਿਨ ਤਨ ਸੀਜੇ, ਜਰਾ ਜਨਾਵੇ। ਜਰਾ ਰੋਗ ਭੱਜਿਆ ਆ ਰਿਹਾ ਭਾਈ। ਸਮਾਂ ਬਹੁਤ ਛੇਤੀ ਆ ਰਿਹਾ, ਪਰ ਸਾਨੂੰ ਐਂ ਲੱਗਦਾ ਅਸੀਂ ਸੁੱਤੇ ਪਏ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਸੁੱਤੇ ਪਏ ਨੂੰ ਕੀ ਪਤਾ ਲੱਗਦਾ ਬਾਹਰ ਮੀਂਹ ਪਿਆ ਕਿ ਤੂਫਾਨ ਆਇਆ। ਉੱਠੇ 'ਤੇ ਪਤਾ ਲੱਗਦਾ ਵਾ। ਬਾਣੀ ਜਗਾਉਂਦੀ ਹੈ ਸਾਨੂੰ, ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾ ਪਰੀ। ਅਸੀਂ ਉਹਦੇ ਨਾਲ ਪ੍ਰੀਤੀ ਪਾਉਣੀ ਆ ਭਾਈ, ਦੁਨੀਆ ਦੇ ਮਾਲਕ ਨਾਲ। ਉਹ ਤੋਂ ਵਿਛੜ ਗਏ ਅਸੀਂ। ਹੁਣ ਸਾਡੇ ਜਿਹੜੇ ਹੈਗੇ ਆ ਦੁੱਖਾਂ ਦਾ ਪਹਾੜ ਟੁੱਟਿਆ ਸਾਡੇ ਸੰਸਾਰ 'ਤੇ। ਇਹ ਐਵੇਂ ਰਹੂਗਾ ਸੰਸਾਰ ਨਾਲ ਅਸੀਂ ਜੁੜੇ ਰਹਾਂਗੇ। ਇਹ ਸਾਡੇ 'ਤੇ ਦੁੱਖਾਂ ਦਾ ਪਹਾੜ ਐਵੇਂ ਟੁੱਟਦਾ ਰਹੂਗਾ। ਉਹੀ ਭਗਤ ਜੀ ਸਮਝਾ ਰਹੇ ਹਨ। ਤਬ ਤੇਰੀ ਓਗ ਕੋਈ ਪਾਣਿਓ ਨਾ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੇ ਸਵੇਰਾ। ਭਾਈ ਕੀ ਕਰੀ ਜਾਂਦਾ ਵਾ? ਕੋਈ ਨਹੀਂ ਤੇਰਾ, ਤੇ ਤੈਨੂੰ ਭੁਲੇਖਾ ਪੈ ਗਿਆ ਵਾ। ਇਹ ਸੰਸਾਰੀ ਰਿਸ਼ਤੇ ਨੇ, ਅਸੀਂ ਇੱਕ ਸਫ਼ਰ ਹੈ, ਉਹ ਕੁਦਰਤ ਨੇ ਦੁਨੀਆ ਵਿੱਚ ਨੂੰ ਬਣਾ ਕੇ ਭੇਜਿਆ ਵਾ। ਕੁਛ ਟਾਈਮ ਲਈ ਅਸੀਂ ਇਹ ਮਨੁੱਖਾਂ ਦੀ ਸਾਨੂੰ ਮਿਲੀ ਆ, ਪ੍ਰਾਪਤੀ ਕਰਨੀ, ਆਪਦੇ ਘਰ ਪਹੁੰਚਣਾ ਵਾ। ਪਰ ਇਹਨੇ ਇੱਥੇ ਸੰਸਾਰੀ ਰਿਸ਼ਤੇ ਬਣਾ ਲਏ। ਇਹਨੂੰ ਸੱਚ ਦਾ ਗਿਆਨ ਨਹੀਂ ਹੈਗਾ। ਆਤਮਾ ਦਾ ਰਿਸ਼ਤਾ ਤਾਂ ਪ੍ਰਾਤਮਾ ਨਾਲ ਹੈ। ਹਰ ਦਾ ਦਰਸ਼ਨ ਕਰਨਾ ਸੀ ਭਾਈ। ਆਓ ਸਾਰੇ ਗੁਰਬਾਣੀ ਨੂੰ ਮਿਲ ਕੇ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ